ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਚੈਪਟਰ 2 ਸਟਾਰਟ ਕਰ ਰਹੇ ਹਾਂ, ਨੂਮੈਰੀਕਲ ਐਨਾਲਿਸਿਸ ਦਾ ਸੋਲਿਊਸ਼ਨ ਆਫ ਨਾਨ ਲੀਨੀਅਰ ਇਕੁਏਸ਼ਨਸ। ਠੀਕ ਹੈ, ਸਭ ਤੋਂ ਪਹਿਲਾਂ ਕਾਮਨਲੀ ਪ੍ਰੋਬਲਮਸ ਸਾਡੇ ਕੋਲ ਆਉਂਦੀਆਂ ਨੇ ਮੈਥਮੈਟਿਕਸ ਦੇ ਵਿੱਚ ਕਿ ਅਸੀਂ ਇਸ ਇਕੁਏਸ਼ਨ ਗਿਵਨ ਹੈ, ਸਾਨੂੰ ਕੋਈ ਉਹਦੇ ਰੂਟਸ ਫਾਈਂਡ ਆਊਟ ਕਰਨੇ ਆ। ਠੀਕ ਹੈ, ਜਨਰਲੀ ਤੁਸੀਂ ਆਲਰੇਡੀ ਕੀਤੀ ਹੋਈ ਹੈ ਅਲਜੈਬਰਿਕ ਇਕੁਏਸ਼ਨਸ। ਠੀਕ ਹੈ, ਅਲਜੈਬਰਿਕ ਇਕੁਏਸ਼ਨਸ ਇਸ ਫਾਰਮ ਦੀਆਂ ਹੁੰਦੀਆਂ ਸਾਡੇ ਕੋਲ a0 + a1x + a2x² ਅਪ ਟੂ an xn। ठीक है, a0 a1 a2 an सारे की ये कॉन्सटेंट्स है। n साढ़े को पॉजिटिव इंटीजर है, तो इनू आप की कहने अल्जैब्रिक इक्वेशन विद डिग्री n। अगर आप n नू 1 पुट कर दिए तो साढ़े को की आ जाएगी ये लीनियर अल्जैब्रिक इक्वेशन। और अगर n ग्रेटर दैन 1 होएगा तो वो की होएगी नॉन लीनियर ਅਲਜਬਰਾਇਕ ਇਕੁਏਸ਼ਨ। ਸੈਕਿੰਡ ਇਕੁਏਸ਼ਨ ਸਾਡੇ ਕੋਲ ਹੁੰਦੀਆਂ ਨੇ ਟ੍ਰਾਂਸੈਂਡੈਂਟਲ ਇਕੁਏਸ਼ਨਸ, ਜਿਹਦੇ ਵਿੱਚ ਫੋਰ ਐਗਜ਼ਾਮਪਲ ਜਿਹਦੇ ਵਿੱਚ ਫੰਕਸ਼ਨ ਸਾਡੇ ਕੋਲ ex ਆ ਜਾਂਦੇ ਨੇ ਜਾਂ log x ਵਾਲੇ ਆ ਗਏ, sin x ਆ ਗਏ, cos x ਆ ਗਏ, ਉਹਨਾਂ ਨੂੰ ਆਪਾਂ ਟ੍ਰਾਂਸੈਂਡੈਂਟਲ ਇਕੁਏਸ਼ਨਸ ਕਹਿੰਦੇ ਹਾਂ। ਠੀਕ ਹੈ, ਅਗਰ ਸਾਡੇ ਕੋਲ ਅਲਜੈਬਰਿਕ ਇਕੁਏਸ਼ਨਸ ਨੇ ਫੋਰ ਐਗਜ਼ਾਮਪਲ, ਠੀਕ ਹੈ, ਗਿਵਨ ਹੈ, ਤਾਂ ਉਹਦਾ ਫਾਰਮੂਲਾ ਸਾਡੇ ਕੋਲ ਆਲਰੇਡੀ ਅਸੀਂ ਕੀਤਾ ਹੋਇਆ -b + √b² - 4ac/2a। ਇੱਦਾਂ ਆਪਾਂ ਪਿਛਲੀ ਕਲਾਸਿਸ 'ਚ ਰੂਟਸ ਫਾਈਂਡ ਆਊਟ ਕੀਤੇ ਹੋਏ। ਹੁਣ ਅਗਰ ਸਾਡੇ ਕੋਲ ਬੇਟਾ ਜਰਨਲ ਕਿਊਬਿਕ ਇਕੁਏਸ਼ਨ ਔਰ ਜਰਨਲ ਬਾਈ ਕੁਆਡਰੇਟ ਇਕੁਏਸ਼ਨਸ ਨੇ, ਆਪਾਂ ਇਸ ਤਰ੍ਹਾਂ ਫਾਈਂਡ ਆਊਟ ਕਰ ਲਾਂਗੇ। ਅਗਰ ਜਰਨਲ ਕਿਊਬਿਕ ਇਕੁਏਸ਼ਨ ਹੈ, ਉਹਨਾਂ ਵਾਸਤੇ ਡਿਫਰੈਂਟ ਅਲਜੈਬਰਿਕ ਮੈਥਡਸ ਆਉਂਦੇ ਨੇ, ਉਹਨਾਂ ਨੂੰ ਆਪਾਂ ਡਾਇਰੈਕਟ ਮੈਥਡਸ ਕਹਿੰਦੇ ਹਾਂ। ਠੀਕ ਹੈ, ਡਾਇਰੈਕਟ ਮੈਥਡ ਜਿਹੜੇ ਨੇ ਇਹਦੇ ਵਿੱਚ ਸਾਨੂੰ ਡਿਫਰੈਂਟ ਸਟੈਪਸ ਫੋਲੋ ਕਰਨੇ ਪੈਂਦੇ ਆ, ਮਤਲਬ ਕੁਝ ਸਕਸੈਸਿਵ ਅਪਰੋਕਸੀਮੇਸ਼ਨਸ ਦੇ ਬਾਅਦ ਅਸੀਂ ਇੱਕ ਫਿਕਸ ਰੂਟ ਵੱਲ ਨੂੰ ਕਨਵਰਜ ਕਰਦੇ ਹਾਂ। ਠੀਕ ਹੈ, ਕਾਫੀ ਲੈਂਥੀ ਪ੍ਰੋਸੀਜਰ ਹੁੰਦਾ, ਜਿਵੇਂ ਇਹਦੇ ਵਿੱਚ ਤਾਂ ਆਪਾਂ ਡਾਇਰੈਕਟ ਰੂਟ ਕੱਢ ਲੈਂਦੇ ਹਾਂ ਨਾ, ਬਟ ਇਹ ਜਿਹੜਾ ਆਈਟਰੇਸ਼ਨ ਮੈਥਡ ਹੈ, ਅੱਗੇ ਬਾਈਸੈਕਸ਼ਨ ਮੈਥਡ ਹੈ, ਹੈਗੀ ਸਿੰਪਲ ਹੈ ਬਟ ਲੈਂਥੀ ਨੇ, ਬਿਕੋਜ਼ ਇਹਦੇ ਵਿੱਚ ਸਾਨੂੰ ਸਕਸੈਸਿਵ ਅਪਰੋਕਸੀਮੇਸ਼ਨਸ ਵੱਲ ਨੂੰ ਜਾਣਾ ਪੈਂਦਾ। ਇੱਕ ਅਪਰੋਕਸੀਮੇਟ ਸੋਲਿਊਸ਼ਨ ਲੈ ਕੇ ਚੱਲਦੇ ਹਾਂ, ਫਿਰ ਅਸੀਂ ਇੱਕ ਰਿਜ਼ਲਟ 'ਤੇ ਪਹੁੰਚਦੇ ਹਾਂ। ਸੋ ਇਹਦੇ ਵਿੱਚ ਦੇਖੋ ਤੁਸੀਂ, ਸਭ ਤੋਂ ਪਹਿਲੇ ਆਈਟਰੇਟਿਵ ਮੈਥਡਸ ਆ ਜਾਂਦਾ। ਫਸਟ ਸਭ ਤੋਂ ਪਹਿਲਾਂ ਆਪਾਂ ਬਾਈਸੈਕਸ਼ਨ ਮੈਥਡ ਅਸੀਂ ਕਰਨਾ। ਬਾਈਸੈਕਸ਼ਨ ਮੈਥਡ ਇਜ਼ ਆਲਸੋ ਆਈਟਰੇਟਿਵ ਮੈਥਡ। ਠੀਕ ਹੈ, ਜਦੋਂ ਆਪਾਂ ਕਿਸੇ ਵੀ ਨॉन ਲੀਨੀਅਰ ਇਕੁਏਸ਼ਨਸ ਦੇ ਰੂਟ ਫਾਈਂਡ ਆਊਟ ਕਰਨੇ ਹੁੰਦੇ, ਠੀਕ ਹੈ, ਜਿਹਦੀ ਡਿਗਰੀ ਜਿਹੜੀ ਹੈ 2 ਤੋਂ ਜ਼ਿਆਦਾ ਹੋਵੇ, ਡਿਗਰੀ ਹਾਇਰ ਦੈਨ 2 ਹੋਵੇ। ਠੀਕ ਹੈ, ਇਹ ਚੀਜ਼ ਧਿਆਨ ਨਾਲ ਸੁਣਨੀ ਹੈ, ਡਿਗਰੀ ਹਾਇਰ ਦੈਨ 2, ਜਾਂ ਕੋਈ ਟ੍ਰਾਂਸੀਡੈਂਟਲ ਇਕੁਏਸ਼ਨ ਹੋਵੇ ਔਰ ਨॉन ਲੀਨੀਅਰ ਇਕੁਏਸ਼ਨਸ ਹੋਣ, ਤੇ ਅਸੀਂ ਆਈਟਰੇਟਿਵ ਮੈਥਡਸ ਯੂਜ਼ ਕਰਦੇ ਹਾਂ। ਆਈਟਰੇਟਿਵ ਮੈਥਡ ਨੂੰ ਹਿੱਟ ਐਂਡ ਟਰਾਇਲ ਮੈਥਡ, ਟਰਾਇਲ ਐਂਡ ਐਰਰ ਮੈਥਡ ਵੀ ਕਿਹਾ ਜਾਂਦਾ। ਇਹਦੇ ਵਿੱਚ ਅਸੀਂ ਕੋਈ ਇੱਕ ਅਪਰੋਕਸੀਮੇਟ ਸੋਲਿਊਸ਼ਨ ਲੈ ਕੇ ਚੱਲਦੇ ਹਾਂ ਔਰ ਉਸ ਸੋਲਿਊਸ਼ਨ ਨੂੰ ਲੈ ਕੇ ਰੈਕਰਿੰਗ ਕਰਦੇ ਹਾਂ, ਮਤਲਬ ਇੱਕ ਰੈਕਰੈਂਸ ਫਾਰਮੂਲਾ ਬਣ ਜਾਂਦਾ ਜਿਹੜਾ ਅਗਲੇ ਸੋਲਿਊਸ਼ਨ ਨੂੰ ਫਿਰ ਪ੍ਰੋਵਾਈਡ ਕਰਦਾ। ਸਿਮਿਲਰਲੀ ਉਸ ਫਾਰਮੂਲਾ ਨੂੰ ਰਿਪੀਟ ਕਰਕੇ ਬਾਰ-ਬਾਰ ਇੱਕ ਸਾਡੇ ਕੋਲ ਸੀਕੁਐਂਸ ਆਫ ਸੋਲਿਊਸ਼ਨਸ ਬਣ ਜਾਂਦਾ। ਠੀਕ ਹੈ, ਉਸ ਸੀਕੁਐਂਸ ਆਫ ਸੋਲਿਊਸ਼ਨ ਜਿਹੜਾ ਆ ਫਿਰ ਇੱਕ ਐਗਜ਼ੈਕਟ ਸੋਲਿਊਸ਼ਨ ਵੱਲ ਨੂੰ ਕਨਵਰਜ ਕਰਦਾ ਐਂਡ ਦੈਨ ਸਾਡੇ ਕੋਲ ਰੂਟ ਆਉਂਦਾ। ਹੁਣ ਇਹਦੇ ਵਿੱਚ ਸਭ ਤੋਂ ਪਹਿਲੇ ਇਨੀਸ਼ੀਅਲ ਅਪਰੋਕਸੀਮੇਸ਼ਨ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ ਹੈ। ਇਹਦੇ ਵਿੱਚ ਥਿਊਰਮ ਆਪਾਂ ਆਈਟਰੇਸ਼ਨ ਮੈਥਡ 'ਚ ਯੂਜ਼ ਕਰਦੇ ਹਾਂ, ਇੰਟਰਮੀਡੀਏਟ ਵੈਲਿਊ ਥਿਊਰਮ। ਬਾਈਸੈਕਸ਼ਨ ਮੈਥਡ 'ਚ ਵੀ ਇਹੀ ਥਿਊਰਮ ਯੂਜ਼ ਹੁੰਦੀ ਹੈ, ਜਿਸ ਥਿਊਰਮ 'ਚ ਅਸੀਂ ਕੀਤਾ ਹੋਇਆ ਕਿ ਅਗਰ ਸਾਡੇ ਕੋਲ ਐਫ ਕੋਈ ਕੰਟੀਨਿਊਸ ਫੰਕਸ਼ਨ ਹੈ ਔਨ ਕਲੋਜ਼ ਇੰਟਰਵਲ AB ਦੇ ਵਿੱਚ, ਠੀਕ ਹੈ, FA ਐਂਡ FB ਦੇ ਆਪੋਜ਼ਿਟ ਸਾਈਨਸ ਨੇ। ਇਹ ਚੀਜ਼ ਹੈ, ਮੇਨ ਚੀਜ਼ ਇੱਥੇ ਇਹੀ ਹੈ ਕਿ ਜਦੋਂ FA ਔਰ FB ਦਾ ਸਾਈਨ ਸਾਡੇ ਕੋਲ ਆਪੋਜ਼ਿਟ ਆ ਗਿਆ, ਉਦੋਂ ਰੂਟ ਜਿਹੜਾ ਆ ਐਗਜ਼ਿਸਟ ਕਰੇਗਾ ਇਸ ਇੰਟਰਵਲ 'ਚ। ਇਹੀ ਚੀਜ਼ ਹੈ ਬੇਟਾ ਧਿਆਨ ਰੱਖਣੀ ਕਿ ਜਦੋਂ FA ਔਰ FB ਦੀ ਵੈਲਿਊ ਜਿਹੜੀ ਆਪੋਜ਼ਿਟ ਸਾਈਨਸ 'ਤੇ ਆ ਗਈ ਤਾਂ ਉਦੋਂ ਸਾਡਾ ਰੂਟ ਜਿਹੜਾ ਇਸ ਇੰਟਰਵਲ ਦੇ ਵਿੱਚ ਐਗਜ਼ਿਸਟ ਕਰੇਗਾ। ਹੁਣ ਐਨਾਲੀਟੀਕਲੀ ਵੇ ਨਾਲ ਵੀ ਐਕਸਪ੍ਰੈਸ ਕੀਤਾ ਹੈ, ਗ੍ਰਾਫਿਕਲੀ ਵੀ ਇਸ ਚੀਜ਼ ਨੂੰ ਵਿਸਥਾਰ 'ਚ ਅੱਗੇ ਦੱਸਿਆ ਹੋਇਆ ਕਿ ਫੋਰ ਐਗਜ਼ਾਮਪਲ ਸਾਡੇ ਕੋਲ ਇਕੁਏਸ਼ਨ ਹੈ, ਅਸੀਂ ਫਾਈਂਡ ਆਊਟ ਕਰ ਲਈਆਂ, ਵੈਲਿਊਜ਼ ਟੇਬਲ ਬਣਾ ਲਿਆ, ਠੀਕ ਹੈ, ਗ੍ਰਾਫਿਕਲੀ ਇਹਨੂੰ ਰਿਪਰੈਜ਼ੈਂਟ ਕਰ ਲਿਆ। ਓਕੇ, ਹੁਣ ਦੇਖੋ ਟੇਬਲ ਤੋਂ ਦੇਖੋ f(3) ਐਂਡ f(2) ਦੇ ਸਾਈਨਸ ਆਪੋਜ਼ਿਟ ਨੇ। ਇਟ ਮੀਨਸ ਕਿ ਰੂਟ ਜਿਹੜਾ ਲਾਈ ਕਰ, ਪਿੱਛੇ ਅਸੀਂ ਪੜ੍ਹਿਆ ਕਿ ਜਦੋਂ ਆਪੋਜ਼ਿਟ ਸਾਈਨਸ ਆ ਜਾਣ ਤਾਂ ਰੂਟ ਉਸੇ ਇੰਟਰਵਲ 'ਚ ਲਾਈ ਕਰੇਗਾ। ਸਿਮਿਲਰਲੀ 0 ਐਂਡ 1 ਤੇ ਆਪੋਜ਼ਿਟ ਨੇ ਸਾਈਨਸ, ਠੀਕ ਹੈ, -1 ਹੈ, ਇੱਥੇ 2 ਹੈ, ਇੱਕ ਵੈਲਿਊ ਨੈਗੇਟਿਵ ਹੈ, ਇੱਕ ਪੋਜ਼ਿਟਿਵ ਹੈ। ਇਟ ਮੀਨਸ ਕਿ ਰੂਟ ਜਿਹੜਾ ਸਾਡਾ ਇਸ ਇੰਟਰਵਲ 'ਚ ਵੀ ਲਾਈ ਕਰੇਗਾ 0 1 ਦੇ ਵਿੱਚ। ਠੀਕ ਹੈ, ਹੁਣ ਦੇਖੋ ਇੱਥੋਂ ਆਪਾਂ ਇਸੇ ਵੈਲਿਊਜ਼ ਨੂੰ ਲੈ ਕੇ ਆਪਾਂ ਗ੍ਰਾਫ ਬਣਾ ਲਿਆ ਔਰ ਇਸ ਤੋਂ ਆਪਾਂ ਇਹ ਚੈੱਕ ਕੀਤਾ ਕਿ x -2.5, ਅਸੀਂ ਇਹ ਗੱਲ ਕੀਤੀ ਸੀ ਨਾ ਕਿ ਇਹਨਾਂ ਦੋਨਾਂ ਦੇ, ਇਹਦੇ ਵਿੱਚ ਵੀ ਰੂਟ ਲਾਈ ਕਰੇਗਾ ਔਰ ਇਹ 'ਚ ਵੀ ਰੂਟ ਲਾਈ ਕਰੇਗਾ। ਹੁਣ ਇੱਥੇ ਸਾਡਾ ਲਾਈ ਕਰ ਰਿਹਾ -2.5 ਤੇ, ਜਿੱਥੇ ਕੱਟ ਕਰ ਰਿਹਾ ਸਾਡਾ ਗ੍ਰਾਫ, ਠੀਕ ਹੈ, ਐਂਡ ਇੱਧਰੋਂ 0.5 ਤੇ। ਠੀਕ ਹੈ,
ਸੋ ਇਹ ਅਸੀਂ ਇਨੀਸ਼ੀਅਲ ਅਪਰੋਕਸੀਮੇਸ਼ਨਸ ਲਈਆਂ ਨੇ। ਇਹਨਾਂ ਇਨੀਸ਼ੀਅਲ ਅਪਰੋਕਸੀਮੇਸ਼ਨ ਤੋਂ ਲੈ ਕੇ ਅਸੀਂ ਫਰਦਰ ਅੱਗੇ ਸਕਸੈਸਿਵ ਅਪਰੋਕਸੀਮੇਸ਼ਨਸ ਕੱਢਣੀਆਂ ਨੇ ਐਂਡ ਫਿਰ ਅਸੀਂ ਕਿਸੇ ਆਪਣੇ ਰੂਟ ਤੇ ਕਨਵਰਜ ਕਰਾਂਗੇ। ਹੁਣ ਇਹ ਜਿਹੜੀਆਂ ਜੋ ਕਦੋਂ ਆਪਾਂ ਆਈਟਰੇਸ਼ਨਸ ਨੂੰ ਟਰਮੀਨੇਟ ਕਰਨਾ, ਜਿਵੇਂ ਇੱਕ ਅਪਰੋਕਸੀਮੇਸ਼ਨ ਲੈ ਲਈ, ਉਸ ਤੋਂ ਨੈਕਸਟ ਤੁਸੀਂ ਨਿਕਾਲੋਗੇ, ਸਪੋਜ਼ x ਤੁਸੀਂ x0 ਕੋਈ ਅਪਰੋਕਸੀਮੇਸ਼ਨ ਲਈ ਹੈ, ਫਿਰ x1 x2 x3 ਇਸ ਤਰ੍ਹਾਂ ਤੁਸੀਂ ਨਿਕਾਲੋਗੇ। ਜਿੰਨੀ ਦੇਰ ਤੱਕ ਬੇਟਾ ਜੋ ਜਿਹੜੀਆਂ ਦੋ ਸਕਸੈਸਿਵ ਅਪਰੋਕਸੀਮੇਸ਼ਨਸ ਨੇ ਨਾ, ਉਹ ਜਾਂ ਤੇ ਲੈਸ ਜਾਂ ਇਕੁਅਲ ਟੂ, ਠੀਕ ਹੈ, ਉਹਨਾਂ ਦੀਆਂ ਫॉर ਐਗਜ਼ਾਮਪਲ ਫਰਸਟ 3 ਤੁਸੀਂ ਡਿਜਿਟਸ ਕਹਿ ਸਕਦੇ ਹੋ, ਬਹੁਤ ਹੀ ਉਹਦੀ ਜਿਹੜੀ ਹੈ ਪ੍ਰਿਸਕ੍ਰਾਈਬਡ ਐਰਰ ਟੋਲਰੈਂਸ ਜਿਹੜੀ ਹੈ ਨਾ, ਉਹ ਬਹੁਤ ਹੀ ਜਾਂ ਇਕੁਅਲ ਆ ਜਾਏ ਜਾਂ ਘੱਟ ਜਾਏ, ਫਿਰ ਆਪਾਂ ਉੱਥੇ ਸਟਾਪ ਕਰਨਾ। ਔਰ ਆਰਡਰ ਆਫ ਕਨਵਰਜੈਂਸ ਕੀ ਹੁੰਦਾ ਹੈ? ਆਰਡਰ ਆਫ ਕਨਵਰਜੈਂਸ ਹੁੰਦਾ ਹੈ, ਇਹਦੇ ਵਿੱਚ ਆਪਾਂ ਜੱਜ ਕਰਦੇ ਹਾਂ ਕਿ ਜਿੰਨਾ ਸਪੋਜ਼ ਹਾਇਰ ਆਰਡਰ ਆਫ ਕਨਵਰਜੈਂਸ ਹੈ ਉਨੀ ਐਰਰ ਜਿਹੜੀ ਹੈ ਘੱਟ ਜਾਏਗੀ, ਠੀਕ ਹੈ। ਆਰਡਰ ਆਫ ਕਨਵਰਜੈਂਸ ਹੁੰਦਾ, ਸਪੋਜ਼ ਅਸੀਂ ਇੱਕ ਸੀਕੁਐਂਸ ਜਨਰੇਟ ਕੀਤਾ, ਸੀਕੁਐਂਸ ਮਤਲਬ ਕਿ P0 ਆਪਾਂ ਅਪਰੋਕਸੀਮੇਸ਼ਨ ਲਈ ਸੀ, ਫਿਰ P1 P2 P3 ਆਪਾਂ ਵੈਲਿਊਜ਼ ਨਿਕਾਲ ਦੇਗੇ, ਇਹ ਕਨਵਰਜ ਕਰ ਗਈਆਂ P ਤੇ, ਠੀਕ ਹੈ। ਅਲਟੀਮੇਟਲੀ ਸਾਡੇ ਕੋਲ ਐਗਜ਼ੈਕਟ ਰੂਟ ਆ ਗਿਆ, P0 ਸਾਡੀ ਇਨੀਸ਼ੀਅਲ ਅਪਰੋਕਸੀਮੇਸ਼ਨ ਸੀਗੀ, ਠੀਕ ਹੈ। ਸੋ ਅਸੀਂ ਐਰਰਸ ਨਿਕਾਲ ਦੇਗੇ P0 ਤੋਂ P ਦੀ, P1 ਚੋਂ P ਦੀ, ਸਿਮਿਲਰਲੀ P2 ਮਾਈਨਸ P। ਸੋ ਇਹ ਸਾਡੇ ਕੋਲ ਐਰਰਸ ਆ ਗਈਆਂ। ਔਰ ਐਰਰ ਤੁਸੀਂ ਦੇਖੋਗੇ ਜਿਹੜੀ E5 ਹੈ ਸਭ ਤੋਂ ਘੱਟ ਹੋਏਗੀ, ਜਿਉਂ ਆਪਾਂ ਨਿਕਾਲਦੇ ਜਾਵਾਂਗੇ ਐਰਰ ਜਿਹੜੀ ਘੱਟਦੀ ਜਾਏਗੀ, ਸੋ ਐਰਰ ਡਿਕਰੀਜ਼ ਕਰਦੀ ਜਾਏਗੀ। ਸੋ ਆਰਡਰ ਆਫ ਕਨਵਰਜੈਂਸ ਇਹੀ ਹੁੰਦਾ ਹੈ ਕਿ ਕਿੰਨੀ ਰੇਟ ਦੇ ਨਾਲ ਐਵਰੇਜ ਰੇਟ ਆਫ ਡਿਕਰੀਜ਼ ਕਿੰਨਾ ਐਰਰ 'ਚ ਆ ਰਿਹਾ, ਠੀਕ ਹੈ। ਇਹ ਤੁਹਾਡਾ ਸਾਰਾ ਇੱਕ ਬੇਸਿਕ ਜਿਹਾ ਕਨਸੈਪਟ ਸੀਗਾ।